अस्सलामुअलैकुम वालेकुम सलाम। भाईजान की हाल चाल है। अल्लाह की रहमत खैरियत। भाईजान की नाम अपना? मोहम्मद फरूक मोहम्मद फरूक भाई, इलाका केड़ा है? जी सियालकोट बूटर। माशाल्लाह, बूटर सियालकोट दे करीबी पिंड है, यानी सियालकोट ही समझ लो, सिटी एरिया ही है। हाँ जी। अच्छा भाई तुसी ये दसो कि माशाल्लाह जानवरां दा काम, जानवर रखण दा काम किन्ने अरसे तो कर रहे हो? जी तकरीबन उम्र मेरी 42 साल है, तो जूं जम्मिया मादरी पेशा ही। मादरी पेशा है। हाँ जी। ਤੁਸੀਂ ਇਹ ਜਾਨਵਰਾਂ ਨੂੰ ਤੁਸੀਂ ਆਪਣੀ ਜ਼ਾਤੀ ਜ਼ਮੀਨ 'ਚ ਸੰਭਾਲਦੇ ਹੋ ਜਾਂ ਠੇਕੇ ਦੀ ਜ਼ਮੀਨ ਹੈ ਜਾਂ ਮੁੱਲ ਦੇ ਪੱਠੇ ਪਾਉਂਦੇ ਹੋ? ਅਸੀਂ ਠੇਕੇ ਦੀ ਜ਼ਮੀਨ ਹੈ ਥੋੜੀ ਬਹੁਤ, ਤੇ ਬਾਕੀ ਮੁੱਲ ਦੇ ਪੱਠੇ ਪਾਉਂਦੇ। ਮੁੱਲ ਦੇ ਪੱਠੇ ਪਾਈ ਦੇ ਨੇ? ਹਾਂਜੀ। ਤੁਹਾਡਾ ਡੇਰਾ ਆਪਣਾ ਹੈ ਜਾਂ ਵੀ ਰੈਂਟ ਤੇ ਵੇ? ਇਹ ਵੀ ਰੈਂਟ ਦਾ। ਤੇ ਕਿੰਨੇ ਕੁ ਜਾਨਵਰ ਇਸ ਟਾਈਮ ਰੱਖੇ ਜੀ? ਜਾਨਵਰ 7-8 ਹੈ। 7-8 ਜਾਨਵਰ। ਮਾਸ਼ਾਅੱਲਾ, ਤੁਹਾਡਾ ਸਿਸਟਮ ਕੈਸਾ ਚੱਲ ਰਿਹਾ ਹੈ? ਓਵਰਆਲ ਤੁਸੀਂ ਇਸ ਕਾਰੋਬਾਰ ਨੂੰ ਕੈਸਾ ਕਾਰੋਬਾਰ ਕਹੋਗੇ? ओवरऑल बगानिया मजदूरियों नालों बहुत अच्छा है। अच्छा। अगर फैक्ट्री में जाओ तो की 15,000 मिलेगा। ठीक है। ਤੇ 15,000 ਨਾਲ ਤੇ ਚੁੱਲ੍ਹਾ ਨਹੀਂ ਚੱਲਦਾ। ਠੀਕ ਹੈ। ਇੱਥੇ ਚਲੋ ਲੱਖ ਰੁਪਏ ਐਵਰੇਜ ਬਣਦੀ ਹੈ, 1.25 ਲੱਖ ਵੀ ਬਣ ਜਾਂਦੀ ਮਹੀਨੇ ਬਾਅਦ। ਹਾਂਜੀ ਮਾਸ਼ਾਅੱਲਾ। ਅਗਰ 50,000 ਡੰਗਰ ਖਾਈਆਂ ਤੇ 50-60 70,000 ਰੁਪਇਆ ਬਚ ਹੀ ਜਾਂਦਾ ਹੈ। ਬਚ ਜਾਂਦਾ। ਘਰ ਦਾ ਨਿਜ਼ਾਮ ਬਿਹਤਰੀਨ ਚੱਲਦਾ ਹੈ। ਜ਼ਿੰਦਾਬਾਦ। ਤੁਸੀਂ ਇਹ 6-7 ਜਾਨਵਰ ਕਿੰਨੇ ਬੰਦੇ ਮਿਲ ਕੇ ਸੰਭਾਲਦੇ ਹੋ? ਮੈਂ ਇਕੱਲਾ ਹੀ ਸਾਂਭਦਾ। ਇਕੱਲਾ ਹੀ? ਹਾਂਜੀ। ਅੱਛਾ ਭਾਈ, ਤੁਸੀਂ ਇਹ ਦੱਸੋ ਕਿ ਇੱਕ ਮੱਝ ਜਿਹੜੀ ਦੁੱਧ ਦੇਣ ਵਾਲੀ ਹੈ ਉਹਦਾ ਰੋਜ਼ਾਨਾ ਦਾ ਖਰਚਾ ਕਿੰਨਾ ਕੁ ਹੋ ਜਾਂਦਾ ਹੈ? ਖਰਚਾ ਤਕਰੀਬਨ ਚੰਗੀ ਮੱਝ ਦਾ ਚੰਗਾ ਖਰਚਾ 1,000 ਰੁਪਇਆ ਜਾਂਦਾ ਹੈ। ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਸ਼ਾਮਲ ਨੇ? ਉਹਦੇ ਵਿੱਚ ਉਹਦੇ ਪੱਠੇ ਵੀ ਨੇ, ਵੰਡਾ ਵੀ ਹੈ, ਤੂੜੀ ਵੀ। ਪੱਠੇ ਕਿੰਨੇ ਦੇ? ਪੱਠੇ ਤਕਰੀਬਨ ਲਾ ਲਓ ਮਨ ਕੋਈ 350 ਰੁਪਏ। 350 ਦੇ ਟੋਕੇ ਤੋਂ? ਹਾਂਜੀ। ਕੁੱਤਰੇ ਪੱਠੇ 350? ਹਾਂਜੀ। ਠੀਕ ਹੈ। ਤੇ ਹੋਰ ਤੂੜੀ? ਤੂੜੀ ਆਪਣਾ 10 ਕਿਲੋ ਲਾ ਲਓ 150 ਰੁਪਏ ਦੀ। 150 ਦੀ 10 ਕਿਲੋ ਤੂੜੀ ਤੇ 500 ਰੁਪਇਆ ਹੋ ਗਿਆ। 500 ਰੁਪਏ ਦਾ ਵੰਡਾ ਵੀ ਲਾ ਲਓ। 500 ਦਾ ਵੰਡਾ? ਹਾਂਜੀ। 1000 ਰੁਪਇਆ ਹੋ ਗਿਆ। ਹਾਂਜੀ। 1000 ਖਾ ਕੇ ਮੱਝ ਦੇਣ ਦੀ ਕੀ ਹੈ? ਦੇਸ਼ਾਂ ਦੀ ਤਕਰੀਬਨ 1500 ਰੁਪਏ। 1500 ਰੁਪਇਆ? ਹਾਂਜੀ। ਕਿੰਨਾ ਦੁੱਧ ਹੁੰਦਾ ਉਹਦਾ? 12 ਤੋਂ 13 ਕਿਲੋ ਦੇ ਹੱਦ। 12-13 ਕਿਲੋ? ਹਾਂਜੀ। ਰੇਟ ਇੱਥੇ ਕੀ ਚੱਲਦਾ ਹੈ? ਰੇਟ 130 ਰੁਪਏ ਕਿਲੋ। 130 ਰੁਪਏ? ਮਾਸ਼ਾਅੱਲਾ, ਰੇਟ ਵੀ ਅੱਛਾ ਹੈ। ਯਾਨੀ 130 ਰੁਪਏ ਦੇ ਹਿਸਾਬ ਨਾਲ 12 ਕਿਲੋ ਜ਼ਰਬ ਦੇ 1560 ਰੁਪਏ ਬਣਦੇ ਨੇ। ਯਾਨੀ ਫੀ ਮੱਝ 560 ਰੁਪਏ ਰੋਜ਼ਾਨਾ ਬਚਾ ਜਾਂਦੀ। ਹਾਂ ਤਕਰੀਬਨ। ਤੇ ਇਸ ਤੋਂ ਬਾਅਦ ਸਾਲਾਨਾ ਕੱਟੇ ਵੀ ਤੇ ਬਚਾਉਂਦੀ ਹੋਏਗੀ? ਸਾਲਾਨਾ ਬਿਲਕੁਲ ਸਾਰੇ ਬੱਚੇ ਕੱਟੇ ਵੀ ਬਚਦੇ ਨੇ? ਹਾਂਜੀ। ਯਾਨੀ ਅਗਰ 7 ਮੱਝਾਂ ਹੋਣ ਤੇ ਰੋਜ਼ਾਨਾ ਇੱਕ ਮੱਝ 560 ਬਚਾਉਂਦੀ ਖਰਚ ਕੱਢ ਕੇ, ਹਾਂਜੀ। ਤੇ ਨਾਲ ਕੋਈ 40-50 ਹਜ਼ਾਰ ਦਾ ਕੱਟਾ ਵੀ ਬਚਾ ਜਾਂਦੀ। ਹਾਂਜੀ। ਅੱਛਾ, ਤੁਸੀਂ ਕਿਆ ਸਿਰਫ ਮੱਝਾਂ ਦਾ ਹੀ ਕੰਮ ਰੱਖਿਆ ਜਾਂ ਤੁਸੀਂ ਕੱਟੇ ਵੱਛੇ ਵੀ ਈਦ ਤੇ ਲਿਆ ਕੇ ਸੇਲ ਕਰਦੇ ਹੋ? ਈਦ ਤੇ ਬੱਚੇ ਲਿਆ ਕੇ ਸੇਲ ਕਰਦੇ। ਈਦ ਤੇ ਵੱਛੇ ਸੇਲ ਕਰੀਦੇ? ਹਾਂਜੀ। ਕਿੱਡੀ ਉਮਰ ਦੇ ਲੈ ਕੇ ਆਉਂਦੇ ਹੋ? ਅਸੀਂ ਤਕਰੀਬਨ ਧੁੰਦੇ ਕੁਰਬਾਨੀ ਵਾਲੇ ਲੈਣੇ। ਕੁਰਬਾਨੀ ਵਾਲੇ? ਹਾਂਜੀ, 2.5 ਸਾਲ ਦੇ ਉੱਤੇ। ਅੱਛਾ, ਕਿਹੜੇ ਇਲਾਕੇ ਚੋਂ ਲਿਆਂਦੇ ਹੋ? ਅਸੀਂ ਲਿਆਂਦੇ ਜੇ ਹਾਸਲਪੁਰ ਤੋਂ। ਹਾਸਲਪੁਰ ਤੋਂ? ਹਾਂਜੀ। ਤੇ ਕਿੰਨੇ ਮਹੀਨੇ ਸੰਭਾਲਦੇ ਹੋ? ਇਹ ਤੇ 2.5 ਤੋਂ 3 ਮਹੀਨੇ। 2.5 ਤੋਂ 3 ਮਹੀਨੇ? ਹਾਂਜੀ। ਤੇ ਕੀ ਜਾਨਵਰ ਤੋਂ ਇੱਕ ਤੁਹਾਨੂੰ ਉਸ ਦਿਨ ਬਚਤ ਦੇ ਜਾਂਦਾ? ਉਹ ਜਾਨਵਰ ਜ਼ਿਆਦਾ ਚੰਗੇ ਪੈਸੇ ਛੱਡ ਜਾਂਦਾ ਹੈ। ਅੱਛਾ। ਅਗਰ 50,000 ਰੁਪਏ ਦਾ ਲਈਏ ਤੇ 10,000 ਖਾ ਕੇ 40 ਹੋਰ ਦਿੰਦਾ। 50 ਨਾਲ 50 ਵੀ ਦੇ ਛੱਡਦਾ। ਯਾਨੀ 50 ਦਾ ਲਈਏ 10,000 ਖਾਂਦਾ 2-2.5 ਮਹੀਨੇ ਚ 60 ਹੋ ਗਏ ਤੇ 90,000 ਦਾ ਸੇਲ ਹੋ ਜਾਂਦਾ। ਹਾਂ 90,000 ਲੱਖ ਦਾ। ਜਾਂ 90,000 ਲੱਖ, ਯਾਨੀ ਲੱਖ ਤੋਂ ਉੱਤੇ 40-50 ਵੀ ਵਿੱਚੋਂ ਨਿਕਲ ਜਾਂਦੇ ਨੇ, ਕੋਈ ਲੱਖ ਤੋਂ ਥੱਲੇ ਵੀ ਜਾਂਦੇ ਨੇ। ਉਸ ਤਰ੍ਹਾਂ ਲੱਖ ਹੀ ਲਾ ਲਓ ਤੁਸੀਂ। ਤੇ ਤੁਸੀਂ ਇਸ ਨਾਲ ਬਿਹਤਰ ਨਹੀਂ ਕਿ ਤੁਸੀਂ ਇੱਥੇ ਰੱਖ ਕੇ ਕੱਟੇ ਵੱਛੇ ਪਾ ਲਓ? ਨਹੀਂ, ਇੱਥੇ ਨਹੀਂ ਬਚਾਉਂਦੇ ਪੈਸੇ। ਉਹਦੀ ਕੀ ਵਜ੍ਹਾ? ਇੱਥੇ ਸ਼ਹਿਰਦਾਰੀ ਹਰ ਚੀਜ਼ ਮਹਿੰਗੀ ਹੈ। ਅੱਛਾ। ਇੱਥੇ ਵੇਖੋ ਨਾ 800 ਰੁਪਏ 700-800 ਰੁਪਏ ਮਨ ਤੂੜੀ ਹੈ। ਹਾਂ ਹਾਂ। ਤੇ ਹਾਸਲਪੁਰ ਮੈਨੂੰ ਪਤਾ 200 ਰੁਪਏ ਮਨ ਹੋਣੀ। ਅੱਛਾ, ਯਾਨੀ ਉੱਥੋਂ ਲਿਆ ਕੇ ਇੱਥੇ ਤਿਆਰ ਕਰਕੇ ਵੇਚਣ ਇੱਥੇ ਦਾ ਲਿਆ ਕੇ ਫਾਇਦਾ। 2 ਮਹੀਨੇ ਹਾਂਜੀ ਸੇਵਾ ਕਰ ਲਈ। ਅੱਛਾ, ਮੱਝਾਂ ਨੂੰ ਕੋਈ ਮਸਾਇਲ ਵੀ ਪੇਸ਼ ਆਉਂਦੇ ਨੇ ਜਦੋਂ ਕੋਈ ਮਸਲਨ ਬਿਮਾਰ ਹੋ ਜਾਣ, ਇਸ ਤਰ੍ਹਾਂ ਦਾ ਕੋਈ ਮਸਲਾ ਪੇਸ਼ ਆਉਂਦਾ ਹੈ? ਥੋੜਾ ਬਹੁਤ ਹੁੰਦਾ ਹੀ ਜਾਨਵਰ ਨਾਲ, ਬੰਦੇ ਨਾਲ, ਇਨਸਾਨ ਨਾਲ। ਕਿਸ ਕਿਸਮ ਦੇ ਮਸਲੇ ਪੇਸ਼ ਆਉਂਦੇ ਨੇ? ਮਸਲਾ ਅਗਰ ਮੌਸਮੀ ਬਿਮਾਰੀ ਕੋਈ ਲੱਗ ਜਾਂਦੀ, ਕੋਈ ਤਕਰੀਬਨ ਠੋਰ ਹੁੰਦੀ ਹੈ, ਉਹ ਨੁਕਸਾਨ ਕਰ ਜਾਂਦੀ ਹੈ। ਅੱਛਾ। ਜਾਂ ਮੁੱਖ ਠੋਰ ਇੱਕ ਹੀ ਚੀਜ਼ ਹੈ। ਅੱਛਾ। ਇਹ ਹੀ ਜ਼ਿਆਦਾ ਵੇਚ ਸਕਦੇ, ਬਾਕੀ ਉਹਦਾ ਫਿਰ ਹੱਲ ਕੀ ਕਰਦੇ ਹੋ? ਵੈਕਸੀਨ। ਵੈਕਸੀਨ? ਹਾਂਜੀ। ਯਾਨੀ ਟੀਕੇ ਲਵਾਉਂਦੇ ਡਾਕਟਰਾਂ ਕੋਲ? ਟੀਕੇ ਲਵਾ ਦਿਓ। ਅੱਛਾ, ਕੋਈ ਤੁਸੀਂ ਆਪਣੀ ਮੱਝਾਂ ਨੂੰ ਕੋਈ ਦੇਸੀ ਟੋਟਕੇ ਵੀ ਤੁਹਾਨੂੰ ਯਾਦ ਨਹੀਂ, ਕਿਉਂਕਿ ਤੁਹਾਡਾ ਬਾਵਜੂਦ ਦਾ ਕੰਮ ਹੈ ਤੇ ਹੋ ਸਕਦਾ ਤੁਹਾਡੇ ਤਜਰਬੇ 'ਚ ਐਸੀ ਕੋਈ ਗੱਲਾਂ ਹੋਣ ਵੀ ਹਾਂਜੀ। ਦੇਸੀ ਤਰੀਕੇ ਅਪਣਾਈਏ ਤੇ ਫਿਰ ਵੀ ਜਾਨਵਰ ਠੀਕ ਹੋ ਜਾਂਦਾ? ਦੇਸੀ ਤਰੀਕੇ ਇਹੋ ਜਿਹੇ ਕਿ ਜਾਨਵਰ ਨੂੰ ਗੁੜ, ਲੂਣ ਹਾਂ ਤੇ ਤੇਲ, ਅੱਛਾ। ਇਹ ਉਹਦਾ ਪੂਰਾ ਇਹ ਤੇ ਜਾਨਵਰ ਬਿਮਾਰ ਹੁੰਦਾ ਹੀ ਨਹੀਂ। ਅੱਛਾ। ਹਾਂਜੀ। ਕਿੰਨੀ ਦੇਰ ਬਾਅਦ ਦਿੰਦੇ ਰਹਿਣਾ ਚਾਹੀਦਾ ਹੈ? 8 ਦਿਨ ਬਾਅਦ ਨਮਕ ਮਿਰਚ ਦੇਣੀ ਚਾਹੀਦੀ, ਠੀਕ ਹੈ। ਤੇਲ ਵੀ ਦੇਣਾ ਚਾਹੀਦਾ, ਗੁੜ ਵੀ ਦੇਣਾ ਚਾਹੀਦਾ। ਜਾਨਵਰ ਬਿਮਾਰ ਨਹੀਂ ਹੋਏਗਾ? ਨਹੀਂ ਹੈ ਇਨਸ਼ਾਅੱਲਾ। ਤੇਲ ਕਿੰਨਾ ਕੁ ਦੇਣਾ ਚਾਹੀਦਾ ਤੇ ਗੁੜ ਕਿੰਨਾ ਕੁ? ਇੱਕ ਪਾ ਤੇਲ ਤੇ ਇੱਕ ਪਾ ਗੁੜ। ਠੀਕ ਹੈ। ਤੇਲ ਉਹਨੂੰ ਪਿਲਾਉਣਾ ਪੈਂਦਾ ਜਾਂ ਅੱਗੇ ਰੱਖੀ ਤੇ ਪੀ ਜਾਂਦੀ? ਨਹੀਂ, ਪਿਲਾਉਣਾ ਪੈਂਦਾ ਜਾਂ ਵੰਡੇ 'ਚ ਮਿਕਸ ਕਰਦੇ। ਵੰਡੇ 'ਚ ਮਿਕਸ ਕਰਕੇ? ਵੰਡੇ 'ਚ ਤੁਸੀਂ ਆਪਣੇ ਜਾਨਵਰ ਨੂੰ ਕੀ ਕੀ ਖਿਲਾਉਂਦੇ ਹੋ? ਕਿਹੜੀ ਕਿਹੜੀ ਚੀਜ਼ ਪਾਉਂਦੇ ਹੋ? ਵੰਡੇ 'ਚ ਅਸੀਂ ਤੇ ਤੇਲ ਹੀ ਪਾਉਂਦੇ ਜੀ, 8 ਦਿਨ ਬਾਅਦ ਪਾ ਦਿੰਦੇ ਹਾਂ। ਨਹੀਂ, ਉਹ ਤੇ ਤੇਲ ਹੋ ਗਿਆ ਨਾ। ਹਾਂਜੀ। ਮੇਰੇ ਕਰਾ ਤੂੜੀ ਮਤਲਬ ਕਿਹੜੀ ਕਿਹੜੀ ਚੀਜ਼ ਪਾਉਂਦੇ ਹੋ? ਖਲ, ਕਰਾ, ਚੋਕਰ, ਇੱਕ ਕੌੜੀ ਖਲ ਮਿਲਦੀ ਸਰਸੋਂ ਦੀ, ਉਹ ਵੀ। ਅੱਛਾ। 4 ਵੰਡੇ ਮਿਕਸ ਪਾਉਂਦੇ। 4 ਵੰਡੇ ਮਿਕਸ ਕਰਕੇ? ਹਾਂਜੀ। ਠੀਕ ਹੈ।
ਇਹ ਤੁਹਾਡੀ ਝੋਟੀ ਤੁਹਾਡੇ ਕੋਲ ਖਲੋਤੀ ਕਿ ਮੱਝ ਹੈ? ਝੋਟੀ। ਅੱਛਾ, ਬਾਜ਼ ਦਫਾ ਝੋਟੀਆਂ ਛੇਤੀ ਬਣਦੀਆਂ ਨਹੀਂ, ਟਾਈਮ ਜ਼ਾਇਆ ਕਰੀ ਜਾਂਦੀਆਂ ਨੇ ਮਾਲਕ ਦਾ, ਹੀਟ 'ਚ ਨਹੀਂ ਆਉਂਦੀਆਂ, ਉਹਦਾ ਕੀ ਹੱਲ? ਉਹਨਾਂ ਨੂੰ ਕੀ ਦੇਣਾ ਚਾਹੀਦਾ ਕਿ ਜਾਨਵਰ ਛੇਤੀ ਸੂਣ ਵਾਲਾ ਬਣ ਜਾਏ? ਉਹ ਵੇਖੋ ਜੀ, ਅਗਰ ਉਹਦੀ ਉਮਰ ਤੇ ਪਹਿਲੇ ਨੰਬਰ ਤੇ ਪੂਰੀ ਹੋਣੀ ਚਾਹੀਦੀ ਹੈ ਕਿ 2 ਸਾਲ ਦੀ। ਕਈ ਖਿਦਮਤ ਕਰਦੇ ਨੇ ਉਹ ਛੇਤੀ 2 ਸਾਲ ਤੋਂ ਵੀ ਪਹਿਲਾਂ ਬਣ ਜਾਂਦੀਆਂ ਨੇ। ਅੱਛਾ 2.5 ਸਾਲ ਦੀਆਂ ਗਾਈਆਂ ਸੂ ਪੈਂਦੀਆਂ ਨੇ, ਅੱਛਾ ਦੁੱਧ ਸ਼ੁੱਧ ਪਿਆਈ ਇਹਦੇ। ਅੱਛਾ, ਉਸ ਤੋਂ ਬਾਅਦ ਜਿਹੜੀਆਂ ਮੱਝਾਂ ਨੇ, ਹਾਂ। ਮੱਝਾਂ ਤਕਰੀਬਨ 4 ਸਾਲ ਦੀਆਂ ਸੂੰਦੀਆਂ ਨੇ। 4 ਸਾਲ ਦੀਆਂ ਸੁਣਦੀਆਂ ਨੇ, 4 ਸਾਲ ਦੀਆਂ। ਯਾਨੀ 3 ਸਾਲ ਦੀਆਂ ਬਣਦੀਆਂ ਨੇ। ਹਾਂਜੀ। ਕਿਹੜੀ ਚੀਜ਼ ਦਈਏ ਤੇ ਮੱਝ ਜਾਂ ਗਾਂ ਛੇਤੀ ਤਿਆਰ ਹੋ ਜਾਂਦੀ ਔਰ ਹੀਟ 'ਚ ਛੇਤੀ ਆ ਜਾਂਦੀ ਹੈ? ਹੀਟ 'ਚ ਤੇ ਰਾਤ ਨੂੰ ਇੱਕ ਝੋਲ ਬਣਾ ਕੇ ਦਈਏ ਨਾ, 2 ਕਿਲੋ ਦੁੱਧ ਵਿੱਚ ਅੱਧਾ ਕਿਲੋ ਹਾਂ ਹਾਂ ਦੇਸੀ ਘਿਓ ਪਾ ਲਓ, ਹਾਂ ਹਾਂ, ਵਿੱਚ ਕੋਈ ਅੱਧਾ ਕਿਲੋ ਚੀਨੀ ਪਾਓ, ਅੱਛਾ। ਤੇ ਸਵੇਰ ਤੱਕ ਇਨਸ਼ਾਅੱਲਾ ਬੋਲ ਜਾਂਦੀ ਹੈ ਤੇ ਕੋਈ ਮਸਲਾ। ਬੜਾ ਜ਼ਬਰਦਸਤ ਨੁਸਖਾ ਦੱਸਿਆ ਤੁਸੀਂ। ਕਿੰਨੇ ਕੁ ਦਿਨ ਇਹ ਝੋਲ ਦੇਣਾ ਚਾਹੀਦਾ? ਇੱਕ ਦਿਨ ਦਿਓਗੇ ਤੇ ਦੂਸਰੇ ਦਿਨ ਬੋਲੀ ਜਾਏਗੀ। ਅੱਛਾ, ਹਾਂਜੀ ਇਨਸ਼ਾਅੱਲਾ। ਕੀ ਤਰੀਕਾ ਕਾਰ ਇਹਦਾ ਤਿਆਰ ਕਰਨ ਦਾ? ਤਿਆਰ ਕਰਨ ਦਾ ਦੁੱਧ ਵਿੱਚ ਘਿਓ ਸੁੱਟੋ ਤੇ ਉਬਾਲਾ ਕਰਾਓ, ਹਾਂ, ਠੰਡਾ ਕਰਕੇ ਚੀਨੀ ਪਾ ਕੇ ਦੇ ਦਿਓ ਜਾਂ ਗੁੜ ਪਾ ਲਓ। ਠੀਕ ਹੈ, ਯਾਨੀ ਇੱਕ ਦਿਨ 'ਚ ਨਾ ਬੋਲੇ ਫਿਰ ਦੂਸਰੇ ਦਿਨ ਵੀ ਪਿਲਾ ਲਓ? ਦੂਸਰਾ ਦਿਨ ਛੱਡ ਕੇ ਤੀਸਰੇ ਦਿਨ ਦਿਓ, ਜ਼ਰੂਰ ਬੋਲੇਗੀ। ਜ਼ਰੂਰ ਬੋਲੇਗੀ। ਬੜਾ ਅੱਛਾ ਨੁਸਖਾ ਦੱਸਿਆ। ਅਗਰ ਹੁਦਾਨ ਹਾਸਤਾ ਕੋਈ ਮੱਝ ਪਿੱਛਾ ਕੱਢਦੀ ਹੋਏ ਤਾਂ ਉਹਦਾ ਕੋਈ ਹੈ ਦੇਸੀ ਟੋਟਕਾ? ਪਿੱਛਾ ਕੱਢਦੀਆਂ ਨੇ, ਸੂਣ ਵਾਲੇ ਡੰਗਰ ਨੂੰ ਵੰਡਾ ਪਾਇਆ ਜਾਏ, ਅੱਛਾ, ਜਾਂ ਇੱਕ ਕੋਈ ਵੀ ਪੱਠਾ ਜਿਹੜਾ ਫਲ ਤੇ ਆਇਆ ਹੈ ਹਾਂ, ਉਹ ਪਾਇਆ ਜਾਏ, ਉਹਨਾਂ ਪਿੱਛਾ ਕੱਢ ਦਿੰਦੇ। ਅੱਛਾ, ਉਹਦੇ ਇਲਾਜ ਕੋਈ ਨਹੀਂ, ਹੂੰ, ਉਹਦੀ ਤਿਆਰ ਹੈ ਕਿ ਇੱਕ ਤੇ ਉਹ ਵੰਡਾ ਨਾ ਪਾਇਆ ਜਾਏ। ਯਾਨੀ ਸੂਣ ਤੋਂ ਪਹਿਲੇ ਕਿੰਨੇ ਮਹੀਨੇ ਪਹਿਲੇ ਵੰਡਾ ਨਾ ਪਾਇਆ? 1 ਮਹੀਨਾ ਜਿਹੜਾ ਆਖਰੀ ਹੈ ਨਾ, ਉਦੋਂ ਵੰਡਾ ਨਹੀਂ ਪਾਉਣਾ ਚਾਹੀਦਾ। ਠੀਕ ਹੈ। ਉਸ ਤੋਂ ਬਾਅਦ ਆਪਣਾ ਅਗਰ ਪਿੱਛਾ ਦੇਈਏ ਕੋਈ ਡੰਗਰ, ਹਾਂ, ਉਹਦੀ ਤਿਆਰ ਤੀ 10-15 ਦਿਨ ਉਹਨੂੰ ਪਿੱਛਾ ਨਾ ਕੱਢਣ ਦਿਓ ਤੇ ਉਹਦੀਆਂ ਇਹ ਵੰਡਾ ਛੰਡਾ ਨਾ ਪਾਓ। ਤੁਸੀਂ ਹਥਿਆਤਾਂ ਦੱਸੀਆਂ ਜਾਂਦੇ ਨੇ, ਇੱਕ ਹਥਿਆਤ 100 ਇਲਾਜ ਨਾਲ ਬਿਹਤਰ ਹੈ। ਹਾਂਜੀ। ਯਾਨੀ ਪੱਠਾ ਉਹ ਵਾਲਾ ਨਹੀਂ ਪਾਣਾ ਜਦੋਂ ਫੁੱਲ ਤੇ ਆਇਆ ਹੋਏ, ਯਾਨੀ ਜਿਸ ਤਰ੍ਹਾਂ ਸਟਾਲਾ ਹੈ ਉਹ ਫੁੱਲ ਤੇ ਆਇਆ ਹੋਏ ਤਾਂ ਉਹ ਨਹੀਂ ਪਾਣਾ ਚਾਹੀਦਾ, ਉਹਦੇ ਨਾਲ ਫਿਰ ਅਸਰ ਨਹੀਂ ਹੁੰਦਾ ਕਿਸੇ ਦਾ, ਜਾਨਵਰ ਖਰਾਬ ਹੋ ਸਕਦਾ। ਹਾਂਜੀ। ਠੀਕ ਹੈ। ਇਹ ਤੇ ਪਿੱਛੇ ਦਾ ਤੁਸੀਂ ਹਥਿਆਤ ਦੱਸੀ ਕਿ ਨਿਕਲੇ ਹੀ ਨਾ, ਅਗਰ ਨਿਕਲ ਆਏ ਤੇ ਫਿਰ ਤੁਹਾਨੂੰ 15 ਦਿਨ ਹਥਿਆਤ ਕਰਨੀ ਪਏਗੀ। ਹਾਂ ਬਿਲਕੁਲ। ਅੱਛਾ ਸਰ, ਇਹ ਦੱਸੋ ਕਿ ਅਗਰ ਕੋਈ ਜਾਨਵਰ ਚੰਗਾ ਦੁੱਧ ਦੇਣ ਵਾਲਾ ਲੇਕਿਨ ਉਹ ਆਪਣੀ ਅਸਲ ਮਿਕਦਾਰ ਦੇ ਮੁਤਾਬਕ ਦੁੱਧ ਨਹੀਂ ਦੇ ਰਿਹਾ, ਯਾਨੀ ਹੈ ਦੁੱਧ ਦੇਣ ਵਾਲਾ ਨਸਲੀ ਹੈ ਲੇਕਿਨ ਉਹਨੂੰ ਕੋਈ ਮਸਲਾ ਹੈ ਤਾਂ ਦੁੱਧ ਨਹੀਂ ਦੇ ਰਿਹਾ, ਕੀ ਚੀਜ਼ ਪਾਈ ਜਾਏ ਕਿ ਉਹ ਖੋਲ ਜਾਏਗਾ ਜਾਂ ਦੁੱਧੋਂ ਵੱਧ ਜਾਏਗਾ? ਉਹਨੂੰ ਉਹ ਤਬੀਅਤ ਵੇਖ ਕੇ ਹੁੰਦਾ ਗਰਮ ਹੈ ਜਾਂ ਠੰਡਾ ਹੈ। ਅੱਛਾ, ਅਗਰ ਗਰਮ ਹੈ ਤੇ ਉਹਨੂੰ ਠੰਡਾ ਕਰਨਾ ਪਏਗਾ, ਯਾਨੀ ਕਿ ਕੱਚੀ ਲੱਸੀ ਵਗੈਰਾ ਦੇਣੀ ਪਏਗੀ। ਅਗਰ ਠੰਡਾ ਹੈ ਤੇ ਫਿਰ ਉਹਨੂੰ ਵੀ ਝੋਲ ਦੇਣਾ ਪਏਗਾ ਜਾਂ ਦਹੀਂ ਵਿੱਚ ਚੀਨੀ ਦੇਣੀ ਪਏਗੀ। ਦਹੀਂ 'ਚ ਚੀਨੀ? ਹਾਂ। ਆ ਦਹੀਂ 'ਚ ਚੀਨੀ ਅੱਗੇ ਮੈਨੂੰ ਇੱਕ ਬਜ਼ੁਰਗਾਂ ਬੜਾ ਨੁਸਖਾ ਦੱਸਿਆ ਕਿ ਦਹੀਂ 'ਚ ਪਾ ਕੇ ਚੀਨੀ ਦਈਏ ਤੇ ਦਹੀਂ ਵੀ ਹੋਏ ਗੋਕੇ ਮਾਲ ਦਾ, ਇਹਦੇ ਬਾਰੇ 'ਚ ਕੋਈ ਹੈ? ਮੱਝ ਨੂੰ ਗਾਈ ਦਾ ਤੇ ਗਾਈ ਨੂੰ ਮੱਝ ਦਾ ਆਂਦੇ ਨੇ ਬਿਹਤਰ ਹੈ। ਮੱਝ ਨੂੰ ਗਾਈ ਦਾ ਤੇ ਗਾਈ ਨੂੰ ਮੱਝ ਦਾ? ਹਾਂਜੀ ਬਿਹਤਰ ਹੈ। ਅਗਰ ਨਾ ਹੋਏ ਤੇ ਫਿਰ ਮੱਝ ਦਾ ਮੱਝ ਨੂੰ ਵੀ ਠੀਕ ਹੈ। ਦਹੀਂ ਵਿੱਚ ਸ਼ੱਕਰ ਪਾਣੀ ਚਾਹੀਦੀ ਜਾਂ ਚੀਨੀ? ਕਿ ਜਿਹੜੀ ਦੁੱਧ ਘੱਟ ਦਿੰਦੀ ਉਹਦੇ ਵਾਸਤੇ ਚੀਨੀ। ਅੱਛਾ, ਉਹਨੂੰ 10 ਦਿਨ ਲਗਾਤਾਰ ਅੱਧਾ ਕਿਲੋ ਚੀਨੀ ਦਿਓ। ਅੱਧਾ ਕਿਲੋ ਚੀਨੀ ਦਹੀਂ 'ਚ ਪਾ ਕੇ ਫੈਂਟ ਕੇ? ਹਾਂਜੀ। ਤੇ ਦੁੱਧੋਂ ਵੱਧ ਜਾਏਗੀ? ਦੁੱਧੋਂ ਵੱਧ ਜਾਏਗੀ। ਕੀ ਬਾਤ ਹੈ, ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਤੁਹਾਡੇ ਜਾਨਵਰ ਕਿਹੜੀ ਨਸਲ ਦੇ ਨੇ? ਸਾਡੇ ਜਾਨਵਰ ਵਿਲਾਇਤੀ ਗਾਈਆਂ ਵੀ ਹਨ, ਚੁਲਸਤਾਨੀ ਵੀ ਹੈ ਸਾਡੇ ਕੋਲ। ਅੱਛਾ। ਤੇ ਮੱਝਾਂ ਅਸੀਂ ਨੀਲੀ ਰਾਵੀ ਦੀਆਂ ਪਸੰਦ ਕਰਨੇ ਆ। ਅਸਲ ਲੁੱਡਨ ਜਾਂ ਸਤਲੁਜ ਦਰਿਆ ਹੈ ਨਾ ਹਡਸਵਾਂ, ਹਾਂ ਹਾਂ, ਉਸ ਏਰੀਏ ਦੀ ਜੋ ਸਿਆਲਕੋਟ ਚ ਆ ਕੇ ਮੱਝ ਬੜਾ ਦੁੱਧ ਕਰਦੀ। ਠੀਕ ਹੈ। ਉਸ ਇਲਾਕੇ ਦੀ ਮੱਝ ਸਿਆਲਕੋਟ ਆ ਕੇ ਦੁੱਧ ਕਰਦੀ ਹੈ ਤੇ ਉਹਦੀ ਪਹਿਚਾਣ ਕੀ ਹੁੰਦੀ ਹੈ ਕਿ ਪਤਾ ਚੱਲ ਜਾਏ ਕਿ ਉਸ ਇਲਾਕੇ ਦੀ ਹੈ? ਪਹਿਚਾਣ ਤੇ ਕੋਈ ਨਹੀਂ, ਇੱਥੋਂ ਵੀ ਜਾ ਕੇ ਉੱਥੇ ਰਹਿੰਦੀਆਂ ਨੇ, ਜਿੰਨਾ ਉਹ ਪਾਣੀ ਪੀਤਾ ਹੁੰਦਾ ਉੱਥੇ ਰਹਿੰਦੀਆਂ ਨੇ। ਸਿਰਫ ਇਹ ਹੁੰਦਾ ਕਿ ਉਸ ਪਾਣੀ ਦਾ ਅਸਰ ਹੈ, ਇਸ ਪਾਣੀ ਦੇ ਅਸਰ ਕੋਈ ਬਿਹਤਰ ਹੈ, ਪੋਜ਼ਿਟਿਵ ਰਿਜ਼ਲਟ ਹੈ। ਅੱਛਾ, ਮੱਝ ਚੰਗੀ ਦੀ ਕੀ ਪਹਿਚਾਣ ਹੋਏਗੀ ਕਿ ਪਤਾ ਚੱਲੇਗਾ ਕਿ ਬੜੀ ਅੱਛੀ ਮੱਝ ਹੈ? ਅੱਛੀ ਮੱਝ ਦੀ ਪਛਾਣ ਦੁੱਧ ਹੀ ਹੈ। ਨਹੀਂ ਮਤਲਬ ਉਹਦੇ ਸਿੰਗ ਕਿਸ ਤਰ੍ਹਾਂ ਹੁੰਦੇ ਹੋਣ, ਉਹਦੀ ਚਮੜੀ ਕਿਸ ਤਰ੍ਹਾਂ ਦੀ ਹੋਏ, ਉਹਦਾ ਥਣ ਮਾਨਾ ਕਿਸ ਤਰ੍ਹਾਂ ਦਾ ਹੋਏ, ਚੱਡਾ ਕਿਸ ਤਰ੍ਹਾਂ ਦਾ ਹੋਏ, ਕਰੋਲੀ ਕਿਸ ਤਰ੍ਹਾਂ ਦੀ ਹੋਏ? ਅਸਲ ਮੱਝ ਦੀ ਪਛਾਣ ਜਿਹੜੀ ਅੱਛੀ ਮੱਝ ਉਹਦਾ ਇਹ ਹੈ ਕਿ ਮੂੰਹ ਉਹਦਾ ਬਰੀਕ ਹੋਇਆ, ਗਲਾਈ ਸੱਤ ਗਰਦਨ ਵਗੈਰਾ ਤੱਕ, ਥੱਲੇ ਕੋਲੀ ਤੱਕ। ਠੀਕ ਹੈ। ਪਿੱਛੋਂ ਮੱਝ ਜ਼ਿਆਦਾ ਚੌੜੀ ਹੋਏ। ਠੀਕ ਹੈ, ਪਿੱਛੋਂ ਚੌੜੀ ਹੋਏ। ਹਾਂ। ਤੇ ਵਾਹਨਾ ਕਿਹੋ ਜਿਹਾ ਹੈ? ਵਾਹਨਾ ਪਿੱਛੋਂ ਨਜ਼ਰ ਆਏ ਤੇ ਉਹਦੀ ਡੈਕੋਰੇਸ਼ਨ ਜ਼ਿਆਦਾ ਹੈ। ਅੱਛਾ। ਕਈ ਮੱਝਾਂ ਦਾ ਵਾਹਨਾ ਨਜ਼ਰ ਹੀ ਨਹੀਂ ਆਉਂਦਾ ਲੇਕਿਨ ਦੁੱਧ ਦਿੰਦੀਆਂ ਨੇ। ਅੱਛਾ, ਵਾਹਨਾ ਪਿੱਛੋਂ ਨਜ਼ਰ ਆਏ, ਤੁਸੀਂ ਇਹ ਦੱਸਿਆ ਕਿ ਕੁਛਾਂ ਦਾ ਨਜ਼ਰ ਨਹੀਂ ਵੀ ਆਉਂਦਾ ਫਿਰ ਵੀ ਉਹ ਦੁੱਧ ਦਿੰਦੀਆਂ ਨੇ। ਹਾਂਜੀ। ਕੁਛ ਕਹਿੰਦੇ ਨੇ ਕਿ ਵਾਹਨੇ ਦਾ ਜਿਹੜਾ ਪਿਛਲਾ ਨਾ ਉਹ ਖੁੱਲਾ ਵੀ ਹੋਣਾ ਚਾਹੀਦਾ ਤੇ ਟੈਟ ਹੋਣਾ ਚਾਹੀਦਾ, ਢਿੱਲਾ ਨਹੀਂ ਹੋਣਾ ਚਾਹੀਦਾ, ਤੁਹਾਡੀ ਕੀ ਰਾਏ? ਉਹ ਬਿਲਕੁਲ ਪਿੱਛੇ ਹੋਏ ਤੇ ਉਹਦੇ ਨਾਲ ਡੈਕੋਰੇਸ਼ਨ ਬਣਦੀ ਜਾਨਵਰ ਦੀ। ਠੀਕ ਹੈ। ਮੂੰਹ ਬਰੀਕ ਹੋਣਾ ਚਾਹੀਦਾ, ਪਿੱਛੋਂ ਚੌੜੀ ਹੋਣੀ ਚਾਹੀਦੀ ਹੈ। ਦੋਵਾਂ ਥਣਾਂ ਦਰਮਿਆਨ ਫਾਸਲਾ ਕਿੰਨਾ ਹੋਣਾ ਚਾਹੀਦਾ? ਤਕਰੀਬਨ ਬਰਾਬਰ ਹੋਣਾ ਚਾਹੀਦਾ, ਚਵਾਂ ਥਣਾਂ ਦੇ ਬਰਾਬਰ। ਚਵਾਂ ਥਣਾਂ ਦਾ ਬਰਾਬਰ ਫਾਸਲਾ ਹੋਣਾ ਚਾਹੀਦਾ। ਹਾਂਜੀ। ਠੀਕ ਹੋ ਗਿਆ। ਤੇ ਇਹਦੀ ਜਿਹੜੀ ਕਰੋਲੀ ਉਹ ਕਿੰਨੀ ਦੀ? ਉਹ ਬਰੀਕ ਛੋਟੀ ਛੋਟੀ ਸਾਰੀ। ਤੇ ਧੁੰਨੀ? ਧੁੰਨੀ ਕਈਆਂ ਮੀਆਂ ਦੀ ਲੰਮੀ ਵੀ ਹੁੰਦੀ ਹੈ, ਕਈਆਂ ਦੀ ਛੋਟੀ ਵੀ ਹੁੰਦੀ ਹੈ। ਅੱਛਾ। ਇਹਦਾ ਕੋਈ ਸਾਈਡ ਇਫੈਕਟ ਨਹੀਂ। ਕੋਈ ਦੁੱਧ ਦੀ ਨਾੜ ਦਾ ਵੀ ਹੈ ਵਿੱਚ ਚੱਕਰ? ਕੋਈ ਨਹੀਂ, ਦੁੱਧ ਦੀ ਨਾੜ ਵੀ ਸਾਨੂੰ ਪਤਾ ਚੱਲ ਜਾਂਦੀ? ਉਹ ਉਮਰ 'ਚ ਜਾ ਕੇ ਮੱਝਾਂ ਦੀਆਂ ਦੁੱਧ ਦੀਆਂ ਨਾੜਾਂ ਨਜ਼ਰ ਆਉਂਦੀਆਂ ਨੇ। ਅੱਛਾ, ਪਹਿਲੇ ਨਹੀਂ। ਪਹਿਲੇ ਨਹੀਂ ਨਜ਼ਰ ਆਉਂਦੀ। ਚਮੜੀ ਕਿਹੋ ਜਿਹੀ ਹੋਣੀ ਚਾਹੀਦੀ ਜਿਹੜੀ ਚਮੜੀ ਬਰੀਕ ਚੰਗੀ? ਬਰੀਕ। ਹਾਂਜੀ। ਪਤਾ ਕਿਵੇਂ ਚੱਲਦਾ ਕਿ ਬਰੀਕ ਹੈ? ਇਹ ਉਤੋਂ ਫੜੋ ਤੇ ਪਤਾ ਲੱਗ ਜਾਂਦਾ ਬਰੀਕ ਹੈ। ਤੇ ਵਾਲ ਕਿਹੋ ਜਿਹੇ ਹੋਣੇ ਚਾਹੀਦੇ ਨੇ?
ਵਾਲ ਜਾਨਵਰ ਦੇ ਉੱਤੇ ਪਸ਼ਮ, ਇਹ ਵੀ ਜਾਨਵਰਾਂ ਦੀ ਕਿਸਮ ਹੈ। ਹਾਂ ਕਈਆਂ ਤੇ ਵਾਲ ਹੁੰਦੇ ਨੇ, ਕਈਆਂ ਤੇ ਨਹੀਂ ਹੁੰਦੇ। ਠੀਕ ਹੈ। 5 ਕਿਲੋ ਅਸੀਂ ਬੜੀ ਸਾਰੀ ਤੁਹਾਡੇ ਕੋਲ ਗੱਲਾਂ ਪੁੱਛੀਆਂ ਨੇ, ਕੋਈ ਆਖਰੀ ਗੱਲ ਤੋਹਫਾ ਤਾਂ ਨਹੀਂ? ਤੁਸੀਂ ਜਿਹੜੀ ਸਦਕਾ ਜਾ ਰਿਹਾ ਬਣ ਜੇ ਨਵੇਂ ਮੁੰਡਿਆਂ ਦੇ ਕੰਮ ਆਏ, ਆਪਣੀ ਤਰਫੋਂ ਦੱਸ ਦਿਓ ਜਿਹੜੀ ਮੈਂ ਨਹੀਂ ਪੁੱਛੀ ਤੁਹਾਨੂੰ ਤੇ ਮੈਨੂੰ ਪੁੱਛਣੀ ਚਾਹੀਦੀ ਸੀ ਜਾਨਵਰ ਰੱਖਣ ਦੇ ਹਵਾਲੇ ਨਾਲ, ਤਾਂ ਕਿ ਕੋਈ ਨਵਾਂ ਕਾਰੋਬਾਰ ਕਰਨ ਵਾਲਾ ਉਹਨੂੰ ਫਾਇਦਾ ਹੋ ਜੇ ਤੁਹਾਡੀ ਗੱਲ ਤੋਂ, ਸਦਕਾ ਜਾ ਰਿਹਾ ਬਣ ਜੇ। ਕੀ ਮਸ਼ਵਰਾ ਦੇਵੋਗੇ? ਮਸ਼ਵਰਾ ਵੇਖੋ, ਜਿਹਦੇ ਕੋਈ ਜ਼ਮੀਨ ਹੈ ਹਾਂ ਉਹ ਜਾਨਵਰ ਰੱਖ ਲੈ ਤੇ ਬਗਾਨੀਆਂ ਮਜ਼ਦੂਰੀਆਂ ਨਾਲੋਂ ਬਿਹਤਰ ਹੈ। ਠੀਕ ਹੈ। ਅਗਰ ਬੰਦਾ ਰੱਖ ਕੇ ਉਹਦੇ ਕੋਲੋਂ ਵੀ ਕੰਮ ਕਰਾਏ ਤੇ ਫਿਰ ਵੀ ਬਾਹਰ ਜਾਣ ਨਾਲੋਂ ਵੀ ਬਿਹਤਰ ਹੈ। ਠੀਕ ਹੈ। ਬੇਸਿਕਲੀ ਡਿਊਟੀ ਪੱਕੀ ਹੈ, ਛੁੱਟੀ ਇਹਦੇ 'ਚ ਕੋਈ ਨਹੀਂ। ਠੀਕ ਹੈ। ਤੁਹਾਡਾ ਕੋਈ ਮਰ ਜਾਏਗਾ ਤੇ ਪਿਆ ਮਰੇ, ਇਹਨਾਂ ਨੇ ਮਾਫ ਨਹੀਂ ਕਰਨਾ ਤੁਹਾਨੂੰ। ਇਹਨੇ ਮਾਫ ਨਹੀਂ ਕਰਨਾ। ਠੀਕ ਹੈ। ਯਾਨੀ ਕੰਮ ਫਾਇਦਾਮੰਦ ਹੈ ਲੇਕਿਨ ਜ਼ਿੰਮੇਵਾਰੀ ਦਾ ਕੰਮ ਹੈ, ਜ਼ਿੰਮੇਵਾਰੀ ਪੂਰੀ। ਜਾਂ ਫਿਰ ਬਹੁਤੇ ਅਫਰਾਦ ਹੋਣ ਤੇ ਫੇਰ ਹੈ ਵੇ। ਫੇਰ ਠੀਕ ਹੈ। ਤੇ ਅਗਰ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਕੋਈ ਨੰਬਰ ਸ਼ੰਬਰ ਮਿਲੇਗਾ? ਹਾਂਜੀ, ਕੋਈ ਬੋਲੋ। 0304 ਜੀ 370 ਜੀ 74 52। ਜੀ ਬਹੁਤ ਸ਼ੁਕਰੀਆ ਭਾਈ, ਤੁਸੀਂ ਬਹੁਤ ਅੱਛੀ ਮਾਲੂਮਾਤ ਦਿੱਤੀਆਂ ਨੇ। अस्सलाम वालेकुम। ਵਾਲੇਕੁਮ।